ਸਾਰ ਸਹੰਦਾ। ਧਨ ਧਰਤੀ ਉਹ ਥਾਉ ਧਨ, ਗੁਰ ਸਿੱਖ ਸਾਧੂ ਪੈਰ ਧਰੰਦਾ। ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣੰਦਾ। ਵਡ ਭਾਗੀ ਪਾ ਖਾਕ ਲਹੰਦਾ, ਵਡ ਭਾਗੀ ਪਾ ਖਾਕ ਲਹੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਤਸੰਗੀ ਜਨ ਭਾਗਾਂ ਵਾਲੇ ਹੋ। ਹੁਣ ਆਪ ਜੀ ਨੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਹੁਣ ਕੁਝ ਸਮਾਂ ਆਪ ਜੀ ਦੀ ਸੇਵਾ ਵਿੱਚ ਚੱਲ ਰਹੀ ਲੜੀਵਾਰ ਕਥਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਇੱਕ ਪੌੜੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ। 26ਵੀਂ ਵਾਰ ਦੀ 15ਵੀਂ ਪੌੜੀ ਹੈ। ਇਸ ਪੌੜੀ ਵਿੱਚ ਭਾਈ ਸਾਹਿਬ ਜੀ ਨਿਮਰਤਾ ਦੀ ਗੱਲ ਕਰਦੇ ਨੇ ਕਿ ਨਿਮਰਤਾ ਕਿੱਡਾ ਵੱਡਾ ਮਹਾਨ ਗੁਣ ਹੈ ਜੇ ਕਿਸੇ ਜੀਵ ਨੂੰ ਪ੍ਰਾਪਤ ਹੋ ਜਾਵੇ। ਮਾਣ ਜਿਹੜਾ ਵੱਡੇ ਵੱਡੇ ਲੋਕਾਂ ਨੂੰ ਅਕਸਰ ਹੋ ਜਾਇਆ ਕਰਦਾ ਹੈ। ਮਾਣ ਸਿਰਫ ਮਾਇਆਧਾਰੀ ਨੂੰ ਨਹੀਂ ਹੁੰਦਾ, ਵਿਦਵਾਨ ਨੂੰ ਹੀ ਨਹੀਂ ਹੁੰਦਾ, ਉੱਚੀ ਜਾਤੀ ਵਾਲੇ ਨੂੰ ਹੀ ਨਹੀਂ ਹੁੰਦਾ। ਕਈ ਵੇਰਾਂ ਆਪਣੇ ਆਪ ਨੂੰ ਮਹਾਤਮਾ ਅਖਵਾਉਣ ਵਾਲਿਆਂ ਨੂੰ, ਸਾਧੂ ਅਖਵਾਉਣ ਵਾਲਿਆਂ ਨੂੰ ਵੀ ਮਾਣ ਹੋ ਜਾਂਦਾ ਹੈ। ਕੁਝ ਦੇਣ ਦਾ ਮਾਣ ਹੋ ਜਾਣਾ, ਇਹ ਤੇ ਅਸੀਂ ਸੰਸਾਰ ਵਿੱਚ ਵੇਖਿਆ ਹੋਵੇਗਾ ਕਿ ਕਿਸੇ ਦਾਨੀ ਨੂੰ ਹੰਕਾਰ ਹੋ ਗਿਆ। ਲੇਕਿਨ ਕਈ ਵੇਰਾਂ ਤਿਆਗ ਪੁਣੇ ਦਾ ਵੀ ਹੰਕਾਰ ਹੋ ਜਾਂਦਾ ਹੈ ਤੇ ਮੈਂ ਬੜਾ ਤਿਆਗੀ ਹਾਂ, ਤਿਆਗ ਦਾ ਹੀ ਮਾਣ ਆ ਜਾਂਦਾ ਹੈ। ਇਸੇ ਲਈ ਕਬੀਰ ਜੀ ਦੇ ਬੜੇ ਸੁੰਦਰ ਬਚਨ ਆਉਂਦੇ ਨੇ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਇਆ ਦੇ ਤਿਆਗੀਆ ਕੀ ਹੋਇਆ ਜੇ ਤੂੰ ਮਾਇਆ ਨੂੰ ਠੁਕਰਾ ਦਿੱਤਾ ਹੈ, ਲੇਕਿਨ ਹੁਣ ਤੈਨੂੰ ਤਿਆਗ ਦਾ ਹੀ ਮਾਣ ਹੋ ਗਿਆ ਕਿ ਮੈਂ ਤਿਆਗੀ ਹਾਂ, ਬਾਕੀ ਸਾਰਾ ਸੰਸਾਰ ਮਾਇਆ ਵਿੱਚ ਗ੍ਰਸਿਆ ਹੈ ਤੇ ਮੈਂ ਤਿਆਗੀ ਹਾਂ। ਅਸੀਂ ਭੋਜਨ ਦੀ ਥਾਲੀ ਨੂੰ ਤੇ ਠੋਕਰ ਮਾਰ ਸਕਦੇ ਹਾਂ ਪਰ ਭੁੱਖ ਨੂੰ ਨਹੀਂ। ਅਸੀਂ ਪਾਣੀ ਦੇ ਗਿਲਾਸ ਨੂੰ ਤੇ ਠੁਕਰਾ ਸਕਦੇ ਹਾਂ ਪਰ ਪਿਆਸ ਨੂੰ ਨਹੀਂ। ਅਸੀਂ ਮਾਇਆ ਨੂੰ ਤੇ ਛੱਡ ਸਕਦੇ ਹਾਂ ਪਰ ਮਾਇਆ ਦੀ ਅੰਦਰ ਇੱਛਾ, ਮਾਇਆ ਦੀ ਖਿੱਚ, ਮਾਇਆ ਦੀ ਤਾਂਘ, ਮਾਇਆ ਦੀ ਪਿਆਸ, ਉਹ ਨਹੀਂ ਅਸੀਂ ਛੱਡ ਸਕਦੇ। ਇਸੇ ਲਈ ਅੰਦਰ ਹੰਕਾਰ ਆ ਜਾਂਦਾ ਹੈ ਤੇ ਮੈਂ ਮਾਇਆ ਦਾ ਤਿਆਗੀ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਸੇ ਆਮ ਮਨੁੱਖ ਦੀ ਗੱਲ ਨਹੀਂ ਕੀਤੀ। ਭਾਈ ਸਾਹਿਬ ਜੀ ਨੇ ਗੁਰੂ ਪੁੱਤਰਾਂ ਦੀ ਗੱਲ ਕੀਤੀ ਹੈ। ਭਾਈ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਭਾਈ ਗੁਰਦਾਸ ਜੀ ਨੇ ਕਿਸੇ ਨਾਲ ਵੀ ਲਿਹਾਜ਼ ਨਹੀਂ ਕੀਤਾ ਤੇ ਇਹ ਗੁਰੂ ਪੁੱਤਰ ਨੇ, ਇਹ ਗੁਰੂ ਵੰਸ਼ਾਵਲੀ ਵਿੱਚੋਂ ਨੇ। ਨਾ ਕੋਈ ਬਹੁਤ ਵੱਡਾ ਬੰਦਾ ਹੋਵੇ, ਉਸ ਦੇ ਸਾਹਮਣੇ ਸੱਚ ਬੋਲ ਦੇਣਾ ਤੇ ਬਹੁਤ ਔਖੀ ਗੱਲ ਹੈ। ਉਸ ਦੇ ਭਰਾ ਨੂੰ, ਉਸ ਦੇ ਪੁੱਤਰ ਨੂੰ, ਉਸ ਦੇ ਮਾਂ ਪਿਓ ਨੂੰ, ਕਿਤੇ ਉਸ ਦੇ ਦੂਰ ਦੇ ਰਿਸ਼ਤੇਦਾਰ ਜਿਹੜਾ ਕਿਤੇ ਬਹੁਤ ਦੂਰੋਂ ਲੱਗਦਾ ਹੋਵੇ, ਕਿਤੇ ਉਹਦੇ ਬਾਰੇ ਵਿੱਚ ਵੀ ਸੱਚ ਬੋਲ ਦਈਏ ਨਾ
ਵੀ ਤੇਰਾ ਜਿਹੜਾ ਫਲਾਨਾ ਫਲਾਣੇ ਦਾ ਫਲਾਨਾ ਰਿਸ਼ਤੇਦਾਰ ਹੈ ਉਹਦੇ ਵਿੱਚ ਆ ਘਾਟ ਹੈ, ਤੇ ਉਹ ਗਲ ਪਵੇਗਾ ਵੀ ਤੂੰ ਮੇਰੇ ਰਿਸ਼ਤੇਦਾਰ ਨੂੰ ਮਾੜਾ ਕਹਿਣ ਵਾਲਾ ਨਹੀਂ ਕੌਣ। ਲੇਕਿਨ ਭਾਈ ਗੁਰਦਾਸ ਜੀ ਨੇ ਗੁਰੂ ਪੁੱਤਰਾਂ ਨਾਲ ਵੀ ਲਿਹਾਜ਼ ਨਹੀਂ ਕੀਤਾ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਗੁਰਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛਟੀਐ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪੁੱਤਰਾਂ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਸੀ ਮੰਨਿਆ। ਗੁਰੂ ਨਾਨਕ ਸਾਹਿਬ ਵੱਲ ਨੂੰ ਪਿੱਠ ਕਰ ਲਈ ਸੀ। ਇਸ ਵਾਸਤੇ ਦਿਲਾਂ ਵਿੱਚ ਖੋਟ ਸੀ, ਆਕੀ ਹੋ ਗਿਆ ਗੁਰੂ ਨਾਨਕ ਸਾਹਿਬ ਤੋਂ, ਤੇ ਉਹਨਾਂ ਦੇ ਪੱਲੇ ਕੀ ਪਈ ਛੱਟ। ਛੱਟ ਉਹਨੂੰ ਕਹਿੰਦੇ ਨੇ ਜਦੋਂ ਛੱਜ ਵਿੱਚ ਦਾਣੇ ਪਾ ਕੇ ਛੱਟੀਏ ਤੇ ਦਾਣੇ ਛੱਜ ਵਿੱਚ ਰਹਿ ਜਾਂਦੇ ਨੇ, ਛੱਟ ਬਾਹਰ ਨਿਕਲ ਜਾਂਦੀ ਹੈ। ਉਹ ਛੱਟ ਕਿਸੇ ਕੰਮ ਨਹੀਂ ਆਉਂਦੀ, ਕੂੜੇ ਉੱਪਰ ਸੁੱਟਣੀ ਪੈਂਦੀ ਹੈ। ਗੁਰੂ ਨਾਨਕ ਸਾਹਿਬ ਦੇ ਪੁੱਤਰ ਗੁਰੂ ਨਾਨਕ ਸਾਹਿਬ ਤੋਂ ਆਕੀ ਹੋ ਗਏ। ਉਹਨਾਂ ਦੇ ਅੰਦਰ ਇਹੀ ਮਾਣ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਹਾਂ, ਅਸੀਂ ਗੁਰਗੱਦੀ ਦੇ ਵਾਰਸ ਹਾਂ, ਸਾਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ, ਇਹ ਸਾਡੀ ਵਿਰਾਸਤ ਹੈ। ਉਹਨਾਂ ਦੇ ਪੱਲੇ ਛਾਤੀ ਪਈ, ਉਹ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਸ ਨਾ ਬਣ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਇੱਥੋਂ ਆਰੰਭ ਕੀਤਾ, ਬਾਲ ਜਤੀ ਹੈ ਸ੍ਰੀ ਚੰਦ ਬਾ ਬਾਣਾ ਦਿਹਰਾ ਬਣਾਇਆ। ਬਾਬਾ ਸ੍ਰੀ ਚੰਦ ਜੀ ਬਾਲ ਜਤੀ ਸਨ, ਲੇਕਿਨ ਬਾਬਾ ਸ੍ਰੀ ਚੰਦ ਜੀ ਨੂੰ ਜਦੋਂ ਗੁਰਗੱਦੀ ਪ੍ਰਾਪਤ ਨਾ ਹੋਈ ਤੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦਾ ਦਿਹਰਾ ਬਣਾ ਦਿੱਤਾ। ਉੱਥੇ ਬੈਠ ਕੇ ਆਪਣੀ ਪੂਜਾ ਕਰਾਉਣ ਲੱਗ ਪਿਆ, ਜਦ ਕਿ ਗੁਰੂ ਨਾਨਕ ਸਾਹਿਬ ਨੇ ਆਪਣਾ ਦਿਹਰਾ ਬਣਾਉਣ ਤੋਂ ਮਨਾ ਕੀਤਾ ਸੀ, ਕਿਉਂਕਿ ਸਿੱਖ ਦਿਉਰਿਆਂ ਦਾ, ਮੜੀਆਂ ਦਾ, ਜਠੇਰਿਆਂ ਦਾ ਪੁਜਾਰੀ ਨਹੀਂ। ਪਰ ਗੁਰਮਤਿ ਤੋਂ ਉਲਟ ਹੋ ਕੇ ਬਾਬਾ ਸ੍ਰੀ ਚੰਦ ਜੀ ਨੇ ਐਸਾ ਕੀਤਾ। ਭਾਈ ਸਾਹਿਬ ਕਹਿਣ ਲੱਗੇ, ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕੈ ਆਪ ਗਣਾਇਆ। ਲਖਮੀ ਦਾਸ ਜੀ ਦਾ ਪੁੱਤਰ ਸੀ ਧਰਮ ਚੰਦ, ਤੇ ਲਖਮੀ ਦਾਸ ਨੇ ਵੀ ਤੇ ਧਰਮ ਚੰਦ ਨੇ ਵੀ ਆਪਾ ਜਣਾਇਆ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚੋਂ ਹਾਂ, ਸਾਡਾ ਵੀ ਕੋਈ ਸਤਿਕਾਰ ਹੋਣਾ ਚਾਹੀਦਾ ਹੈ। ਦੂਸਰੇ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ ਦੀ ਗੱਲ ਕਰਦਿਆਂ ਹੋਇਆਂ ਭਾਈ ਸਾਹਿਬ ਆਖਣ ਲੱਗੇ, ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖਾਇਆ। ਜਿਸ ਵੇਲੇ ਬਾਬਾ ਦਾਤੂ ਜੀ ਨੂੰ ਗੁਰਗੱਦੀ ਪ੍ਰਾਪਤ ਨਾ ਹੋਈ ਤੇ ਬਾਬਾ ਦਾਤੂ ਜੀ ਨੇ ਆਪਣੇ ਛੋਟੇ ਭਰਾ ਬਾਬਾ ਦਾਸੂ ਜੀ ਨੂੰ ਖਡੂਰ ਸਾਹਿਬ ਵੱਖਰੀ ਮੰਜੀ ਲਾ ਕੇ ਦੇ ਦਿੱਤੀ ਕਿ ਤੂੰ ਇੱਥੇ ਬੈਠ ਮੱਥੇ ਟਿਕਾ। ਤੇ ਬਾਬਾ ਦਾਤੂ ਜੀ ਆਪ ਆਸਣ ਸਿਖਾਏ, ਜਿਹੜੇ ਜੋਗੀ ਆਸਣ ਲਾਉਂਦੇ ਨੇ, ਯੋਗ ਸਾਧਨਾ ਸਿੱਖ ਕੇ ਉਹ ਆਪਣੀ ਪੂਜਾ ਕਰਾਉਣ ਲੱਗ ਪਏ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਪੁੱਤਰਾਂ ਦੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਆਖਣ ਲੱਗੇ, ਮੋਹਣ ਕਮਲਾ ਹੋਇਆ ਮੋਹਰੀ ਚੌਬਾਰਾ ਮਨਾਇਆ। ਬਾਬਾ ਮੋਹਣ ਜੀ ਜਿਹੜੇ ਮਾਨੋ ਅਵਧੂਤ ਬਣ ਗਏ, ਤਿਆਗੀ ਬਣ ਗਏ, ਤੇ ਬਾਬਾ ਮੋਹਰੀ ਜੀ ਜਿਹੜੇ ਚੁਬਾਰੇ ਵਿੱਚ ਬੈਠ ਕੇ ਆਪਣੀ ਪੂਜਾ ਕਰਾਉਣ ਲੱਗ ਪਏ। ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਦੇ ਪੁੱਤਰਾਂ ਦੀ ਗੱਲ ਕਰਦਿਆਂ ਹੋਇਆਂ ਭਾਈ ਸਾਹਿਬ ਕਹਿਣ ਲੱਗੇ, ਮੀਣਾ ਹੋਆ ਪਿਰਥੀਆ ਕਰ ਕਰ ਟੇਢਕ ਬਰਲ ਚਲਾਇਆ। ਭਾਈ ਗੁਰਦਾਸ ਜੀ ਬਾਬਾ ਪ੍ਰਿਥੀ ਚੰਦ ਜੀ ਦੇ ਵਾਸਤੇ ਮੀਣਾ ਸ਼ਬਦ ਵਰਤਦੇ ਨੇ। ਰਾਜਸਥਾਨ ਦੇ ਵਿੱਚ ਮੀਣੇ ਇੱਕ ਜਾਤ ਹੈ ਜਿਨ੍ਹਾਂ ਦਾ ਕੰਮ ਹੁੰਦਾ ਹੈ ਲੁੱਟਾਂ ਮਾਰਾਂ ਕਰਨੀਆਂ। ਉਹਨਾਂ ਦੇ ਵਿੱਚ ਭਾਈ ਸਾਹਿਬ ਜੀ ਨੇ ਪ੍ਰਿਥੀ ਚੰਦ ਜੀ ਦਾ ਨਾਮ ਰੱਖਿਆ ਹੈ ਕਿ ਪ੍ਰਿਥੀ ਚੰਦ ਮੀਣਾ, ਜਿਹੜਾ ਮਾਨੋ ਹਰ ਵਕਤ ਗੁਰੂ ਜੀ ਤੋਂ ਟੇਢਾ ਹੀ ਚੱਲਦਾ ਸੀ, ਵਿੰਗਾ ਹੀ ਚੱਲਦਾ ਸੀ, ਆਪਣੇ ਪਿਤਾ ਦਾ ਹੁਕਮ ਨਹੀਂ ਸੀ ਮੰਨਦਾ, ਗੁਰੂ ਘਰ ਦਾ ਹਮੇਸ਼ਾ ਵਿਰੋਧੀ ਹੀ ਰਿਹਾ। ਤੇ ਬਾਬਾ ਮਹਾਦੇਵ ਜੀ ਦੂਸਰੇ ਪੁੱਤਰ ਸਨ ਗੁਰੂ ਰਾਮਦਾਸ ਸਾਹਿਬ ਦੇ। ਤੇ ਭਾਈ ਸਾਹਿਬ ਕਹਿਣ ਲੱਗੇ, ਮਹਾਦੇਵ ਅਹਮਿਓ ਕਰ ਕਰ ਬੇਮੁਖ ਕੁੱਤਾ ਭੁੰਕਾਇਆ। ਕਹਿਣ ਲੱਗੇ ਮਹਾਦੇਵ ਨੂੰ ਵੀ ਇਹ ਹੰਕਾਰ ਸੀ ਕਿ ਮੈਂ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਹਾਂ,
गुरु अर्जन साहब का ਵੱਡਾ ਭਰਾ ਹਾਂ। ਉਹ ਮਾਨੋ ਪ੍ਰਿਥੀ ਚੰਦ ਨੇ ਉਹਨੂੰ ਕੂਕਰ ਵਾਂਗ ਪੁੰਕਾਇਆ, ਭਾਵ ਕੇ ਬੁਲਾਇਆ। ਅਰਥਾਤ ਪ੍ਰਿਥੀ ਚੰਦ ਨੇ ਮਹਾਦੇਵ ਨੂੰ ਵੀ ਆਪਣੇ ਵੱਲ ਦਾ ਹੋ ਕੇ ਹੀ ਬੁਲਾਇਆ ਕਿ ਤੂੰ ਵੀ ਮੇਰੀ ਹੀ ਗੱਲ ਕਰਨੀ ਹੈ। ਭਾਈ ਸਾਹਿਬ ਨੇ 4 ਗੁਰੂ ਸਾਹਿਬਾਨਾਂ ਦੇ ਪੁੱਤਰਾਂ ਦੀ ਗੱਲ ਕਰਕੇ ਆਖਰੀ ਨਤੀਜਾ ਇਹ ਕੱਢਿਆ ਕਿ ਚੰਦਨ ਵਾਸ ਨਾ ਵਾਂਸ ਬੁਹਾਇਆ। ਕਹਿਣ ਲੱਗੇ ਚੰਦਨ ਦੇ ਨੇੜੇ ਹਰ ਰੁੱਖ ਚੰਦਨ ਬਣ ਜਾਂਦਾ ਹੈ, ਪਰ ਦੁਹਾਈ ਰੱਬ ਦੀ ਜਿਹੜਾ ਬਾਂਸ ਹੈ ਨਾ, ਬਾਂਸ ਕਦੇ ਵੀ ਚੰਦਨ ਨਹੀਂ ਬਣਦਾ। ਚੰਦਨ ਦੀ ਸੁਗੰਧ ਦਾ ਨਿੰਮ ਵਰਗੇ ਕੌੜੇ ਰੁੱਖ ਤੇ ਅਸਰ ਹੋ ਜਾਂਦਾ ਹੈ, ਪਰ ਚੰਦਨ ਦੀ ਸੁਗੰਧ ਦਾ ਬਾਂਸ ਤੇ ਕੋਈ ਅਸਰ ਨਹੀਂ ਹੁੰਦਾ। ਬਾਂਸ ਤੇ ਜਿਹੜਾ ਹੰਕਾਰੀ ਹੈ, ਮਾਣ ਮੱਤਾ ਹੈ, ਉਹ ਮਾਨੋ ਬਾਂਸ ਦੀ ਤਰ੍ਹਾਂ ਹੈ। ਕਿਉਂਕਿ ਬਾਂਸ ਵਿੱਚ ਵਿਦਵਾਨਾਂ ਨੇ ਕੁਝ ਦੋਸ਼ ਮੰਨੇ ਨੇ। ਪਹਿਲਾ ਦੋਸ਼ ਹੈ ਬਾਂਸ ਵਿੱਚ ਕਿ ਉਹ ਸਿੱਧਾ ਹੁੰਦਾ ਹੈ। ਜਿਹੜਾ ਹੰਕਾਰੀ ਹੈ ਉਹ ਵੀ ਕਦੇ ਕਿਸੇ ਦੇ ਅੱਗੇ ਝੁਕਦਾ ਨਹੀਂ, ਉਹ ਵੀ ਕਦੇ ਆਪਣਾ ਸਿਰ ਨੀਵਾਂ ਨਹੀਂ ਕਰਦਾ, ਹਮੇਸ਼ਾ ਆਕੜ ਵਿੱਚ ਹੀ ਰਹਿੰਦਾ ਹੈ। ਪਹਿਲਾ ਗੁਣ ਹੈ। ਦੂਸਰਾ ਔਗਣ ਹੈ। ਪਹਿਲਾ ਔਗਣ ਹੈ ਕਿ ਝੁਕਦਾ ਨਹੀਂ। ਦੂਸਰਾ ਔਗਣ ਕੀ ਹੈ ਬਾਂਸ ਵਿੱਚ ਕਿ ਉਹਦੇ ਵਿੱਚ ਪੋਲ ਹੁੰਦਾ ਹੈ। ਹੰਕਾਰੀ ਦੇ ਵਿੱਚ ਵੀ ਸ਼ਰਧਾ ਦੇ ਪੱਖ ਤੋਂ ਪੋਲ ਹੁੰਦਾ ਹੈ। ਹੰਕਾਰੀ ਦੇ ਅੰਦਰ ਸ਼ਰਧਾ ਨਹੀਂ ਹੁੰਦੀ, ਪਿਆਰ ਨਹੀਂ ਹੁੰਦਾ। ਤੇ ਬਾਂਸ ਵਿੱਚ ਤੀਸਰਾ ਔਗਣ ਇਹ ਹੁੰਦਾ ਹੈ ਕਿ ਉਹਦੇ ਵਿੱਚ ਗੱਠਾਂ ਹੁੰਦੀਆਂ ਨੇ। ਜਿਹੜਾ ਹੰਕਾਰੀ ਹੈ ਉਹਦੇ ਵਿੱਚ ਕੁਤਰਕਾਂ ਦੀਆਂ ਗੱਠਾਂ ਨੇ। ਉਹਨੇ ਜਿੱਥੇ ਜਾਣਾ ਹੈ ਨੁਕਤਾਚੀਨੀ ਹੀ ਕਰਨੀ ਹੈ, ਕੁਤਰਕਾਂ ਹੀ ਕਰਨੀਆਂ ਨੇ, ਕਿੰਤੂ ਪਰੰਤੂ ਹੀ ਕਰਨਾ ਹੈ, ਦੂਸਰੇ ਵਿੱਚ ਨੁਕਸ ਹੀ ਕੱਢਣੇ ਨੇ। ਇਸੇ ਤਰ੍ਹਾਂ ਇਹ ਬਾਂਸ ਵਾਲਾ ਤੀਸਰਾ ਦੋਸ਼ ਹੈ ਹੰਕਾਰੀ ਦੇ ਵਿੱਚ। ਤੇ ਫਿਰ ਚੌਥਾ ਦੋਸ਼ ਕਿਹੜਾ ਹੈ ਕਿ ਬਾਂਸ ਦੀ ਛਿੱਲ ਬਹੁਤ ਸਖਤ ਹੁੰਦੀ ਹੈ। ਇਸੇ ਤਰ੍ਹਾਂ ਹੰਕਾਰੀ ਦੀ ਬੁੱਧੀ ਵੀ ਹੰਕਾਰ ਕਰਕੇ ਬੜੀ ਸਖਤ ਹੋ ਜਾਂਦੀ ਹੈ। ਉਹਦੇ ਉੱਪਰ ਗੁਰੂ ਦੀ ਬਾਣੀ ਦਾ, ਗੁਰੂ ਦੇ ਉਪਦੇਸ਼ ਦਾ ਕੋਈ ਅਸਰ ਨਹੀਂ ਪੈਂਦਾ। ਤੇ ਪੰਜਵਾਂ ਦੋਸ਼ ਇੱਕ ਹੋਰ ਹੈ ਕਿ ਬਾਂਸ ਹਮੇਸ਼ਾ ਕੁਲਘਾਤੀ ਹੁੰਦਾ ਹੈ। ਕਿਉਂਕਿ ਜਦੋਂ ਬਾਂਸ ਨਾਲ ਬਾਂਸ ਖਹਿੰਦਾ ਹੈ ਤੇ ਅੱਗ ਪੈਦਾ ਹੁੰਦੀ ਹੈ। ਉਸ ਅੱਗ ਦੇ ਵਿੱਚੋਂ ਬਾਂਸ ਆਪ ਤੇ ਸੜਦੇ ਨੇ, ਸਗੋਂ ਦੂਸਰੀ ਬਨਸਪਤੀ ਨੂੰ ਵੀ ਸਾੜਦੇ ਨੇ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਹੈ ਕਲਾ ਹੀ ਖੜੀ ਕਰਦਾ ਹੈ, ਝਗੜਾ ਹੀ ਖੜਾ ਕਰਦਾ ਹੈ, ਕਲੇਸ਼ ਹੀ ਪਾਉਂਦਾ ਹੈ। ਉਹ ਆਪ ਵੀ ਉਸ ਕਲੇਸ਼ ਦੀ ਅੱਗ ਵਿੱਚ ਸੜਦਾ ਹੈ ਤੇ ਦੂਸਰੇ ਭਲੇ ਪੁਰਸ਼ਾਂ ਨੂੰ ਵੀ ਕਲੇਸ਼ ਦੀ ਅੱਗ ਵਿੱਚ ਸਾੜਦਾ ਹੈ। ਇਹ 5 ਔਗਣ ਵਿਦਵਾਨਾਂ ਨੇ ਹੰਕਾਰੀ ਪੁਰਸ਼ ਦੇ, ਮਾਣ ਮੱਤੇ ਪੁਰਸ਼ ਦੇ ਮੰਨੇ ਹਨ। ਭਾਈ ਸਾਹਿਬ ਕਹਿੰਦੇ ਨੇ ਨਿਮਰਤਾ ਬਹੁਤ ਵੱਡਾ ਗੁਣ ਹੈ। ਵੈਸੇ ਨਿਮਰਤਾ ਦੇ ਵੀ 2 ਅਰਥ ਹੁੰਦੇ ਨੇ। ਕਈ ਵੇਰਾਂ ਅਸੀਂ ਆਪਣਾ ਮਤਲਬ ਪੂਰਾ ਕਰਨ ਵਾਸਤੇ, ਆਪਣੀ ਗਰਜ ਪੂਰੀ ਕਰਨ ਵਾਸਤੇ ਦੂਸਰੇ ਦੇ ਅੱਗੇ ਝੁਕਦੇ ਹਾਂ, ਲੇਕਿਨ ਅੰਦਰੋਂ ਨਹੀਂ ਝੁਕਦੇ। ਬਾਹਰੋਂ ਹੀ ਝੁਕਦੇ ਹਾਂ, ਅੰਦਰੋਂ ਨਹੀਂ ਝੁਕਦੇ। ਲੇਕਿਨ ਅਸਲੀ ਜਿਹੜੀ ਨਿਮਰਤਾ ਹੈ ਉਹਦਾ ਸਰੂਪ ਬਕਾਇਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਦੱਸਿਆ ਹੈ। ਕਈ ਵਾਰ ਅਸੀਂ ਤਕੜੇ ਦੇ ਅੱਗੇ ਤੇ ਨਿਮਰਤਾਵਾਨ ਬਣ ਜਾਂਦੇ ਹਾਂ, ਪਰ ਜਦੋਂ ਸਾਡੇ ਤੋਂ ਕੋਈ ਮਾੜਾ ਹੁੰਦਾ ਹੈ ਉੱਥੇ ਸਾਡੀ ਸਾਰੀ ਨਿਮਰਤਾ ਕਿਤੇ ਦੂਰ ਹੀ ਰਹਿ ਜਾਂਦੀ ਹੈ। ਉੱਥੇ ਨਿਮਰਤਾ ਵਾਲਾ ਗੁਣ ਸਾਨੂੰ ਭੁੱਲ ਹੀ ਜਾਂਦਾ ਹੈ। ਬਾਬਾ ਫਰੀਦ ਜੀ ਦੇ ਕਦੇ ਸ਼ਲੋਕ ਪੜ੍ਹੀਏ ਤੇ ਬਾਬਾ ਫਰੀਦ ਜੀ ਨੇ ਨਿਮਰਤਾ ਦੀ ਗੱਲ ਕਰਦਿਆਂ ਸਮਝਾਇਆ ਕਿ ਸਿੱਖਾ ਨਿਮਰਤਾ ਕਿਸ ਨੂੰ ਕਹਿੰਦੇ ਨੇ, ਨਿਮਰਤਾ ਦਾ ਸਰੂਪ ਕੀ ਹੈ। ਕਹਿਣ ਲੱਗੇ ਨਿਮਰਤਾ ਦਾ ਸਰੂਪ ਹੈ ਕਿ ਜੋ ਤੈਂ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜਾ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਇਹ ਹੈ ਨਿਮਰਤਾ ਦਾ ਸਰੂਪ। ਜੇ ਤੈਨੂੰ ਕੋਈ ਦੁੱਖ ਵੀ ਦਿੰਦਾ ਹੈ, ਇਹ ਨਹੀਂ ਕਿ ਤੂੰ ਉਲਟਾ ਉਸ ਤੋਂ ਵੀ ਵੱਧ ਕੇ ਉਹਨੂੰ ਦੁੱਖ ਦੇਵੇਂ, ਉਲਟਾ ਸਗੋਂ ਤੂੰ ਇੰਨੀ ਤੇਰੇ ਅੰਦਰ ਨਿਮਰਤਾ ਹੋਵੇ ਕਿ ਤੂੰ ਉਹਦੇ ਮਾਨੋ ਪੈਰਾਂ ਤੇ ਮੱਥਾ ਟੇਕ ਦੇਵੇਂ। ਤੇਰੇ ਅੰਦਰ ਰੋਹ, ਤੇਰੇ ਅੰਦਰ ਕ੍ਰੋਧ, ਤੇਰੇ ਅੰਦਰ ਆਪਣਾ ਵਡੱਪਣ ਕਦੇ ਪੈਦਾ ਹੀ ਨਾ ਹੋਵੇ। ਇਹ ਹੈ ਨਿਮਰਤਾ ਦਾ ਸਰੂਪ। ਇਸ ਪੰਕਤੀ ਦੇ ਜਦੋਂ ਵਿਚਾਰ ਕਰੀਏ, ਜਦੋਂ ਬਾਬਾ ਫਰੀਦ ਜੀ ਦੇ ਇਸ ਸ਼ਲੋਕ ਨੂੰ ਪੜ੍ਹੀਏ